ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਤੋਂ ਭਾਰਤ ਜਾਣਾ ਹੋਵੇਗਾ ਸੌਖਾ, ਇਮੀਗ੍ਰੇਸ਼ਨ ਮੰਤਰੀ ਦਾ ਵੱਡਾ ਐਲਾਨ। ਇਮੀਗ੍ਰੈਂਟਸ ਨਾਲ ਨਹੀਂ ਹੋ ਰਿਹਾ ਇਨਸਾਫ, ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਤੋਂ ਆਈ ਜਾਣਕਾਰੀ। ਜਸਕੀਰਤ ਸਿੱਧੂ ਨੂੰ ਕੀ ਕੀਤਾ ਜਾਵੇਗਾ ਡਿਪੋਰਟ। ਹੈਮਵਰਡ ਬ੍ਰੋਨਕੋਸ ਮਾਮਲੇ ਦੇ ਵਿੱਚ ਆਈ ਵੱਡੀ ਅਪਡੇਟ। ਗੋਲਡੀ ਬਰਾੜ ਅਮਰੀਕਾ ਤੋਂ ਗ੍ਰਿਫਤਾਰ, ਅਮਰੀਕਾ ਦੀ ਪੁਲਿਸ ਨੇ ਕੀਤੀ ਕਾਰਵਾਈ। ਕੈਨੇਡਾ ਤੋਂ ਭਾਰਤ ਜਾਣਾ ਹੁਣ ਸੌਖਾ ਹੋਏਗਾ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਅੱਜ ਇੱਕ ਤਾਜ਼ਾ ਵੱਡਾ ਐਲਾਨ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਕੈਨੇਡਾ ਤੋਂ ਭਾਰਤ ਦਾ ਸਫ਼ਰ ਕਰਨਾ ਹੈ, ਉਸ ਦੀ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾਏਗੀ, ਜਿਸ ਵਾਸਤੇ ਭਾਰਤ ਵਾਲੇ ਪਾਸਿਓਂ ਕਈ ਕਦਮ ਚੁੱਕੇ ਜਾ ਰਹੇ ਹਨ। ਭਾਰਤ ਦਾ ਵੀਜ਼ਾ ਹਾਸਲ ਕਰਨ ਸੰਬੰਧੀ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਇਮੀਗ੍ਰੇਸ਼ਨ ਮੰਤਰੀ ਕਹਿੰਦੇ ਨੇ ਕਿ ਭਾਰਤ ਤੇ ਪਾਕਿਸਤਾਨ ਦੇ ਵੀਜ਼ਾ ਸੈਂਟਰਾਂ ਵਿੱਚ ਅਰਜ਼ੀਆਂ ਦੀ ਪ੍ਰੋਸੈਸਿੰਗ ਹੁਣ ਜਲਦ ਤੇਜ਼ ਹੋਣ ਜਾ ਰਹੀ ਹੈ। ਜੀ ਹਾਂ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਇੱਕ ਟਵੀਟ ਕੀਤਾ, ਜਿਸ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਭਾਰਤ ਤੇ ਪਾਕਿਸਤਾਨ ਦੇ ਵੀਜ਼ਾ ਕੇਂਦਰਾਂ ਵਿੱਚ ਅਰਜ਼ੀਆਂ ਦੀ ਪ੍ਰੋਸੈਸਿੰਗ ਹੁਣ ਤੇਜ਼ ਹੋਵੇਗੀ, ਜਿਸ ਵਾਸਤੇ ਕਈ ਕਦਮ ਚੁੱਕੇ ਜਾ ਰਹੇ ਹਨ। ਕੈਨੇਡਾ ਸਰਕਾਰ ਵੱਲੋਂ ਇੰਡੋ ਪੈਸੀਫਿਕ ਰਣਨੀਤੀ ਕਰਦਿਆਂ ਆਉਂਦੇ 5 ਸਾਲਾਂ ਦੌਰਾਨ $74.6 ਮਿਲੀਅਨ ਖਰਚ ਕਰਨ ਦੀ ਗੱਲ ਕਹੀ ਗਈ ਹੈ। ਮੰਤਰਾਲੇ ਵੱਲੋਂ ਇਸ ਦੀ ਡਿਟੇਲ ਪ੍ਰੈਸ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਪ੍ਰੋਸੈਸਿੰਗ ਨੂੰ ਤੇਜ਼ ਕਰਨ ਵਾਸਤੇ ਕਦਮ ਚੁੱਕੇ ਜਾ ਰਹੇ ਨੇ। ਦੱਸ ਦਈਏ ਕਿ ਸਾਲ 2021 ਦੀ ਸੈਂਸਸ ਮੁਤਾਬਕ ਕੈਨੇਡਾ ਵਿੱਚ 8.3 ਮਿਲੀਅਨ ਲੋਕ ਇਮੀਗ੍ਰੈਂਟਸ ਨੇ, ਜਿਸ ਦਾ ਮਤਲਬ ਹੈ ਕਿ ਕੁੱਲ ਆਬਾਦੀ ਦਾ 23% ਹਿੱਸਾ ਇਮੀਗ੍ਰੈਂਟਸ ਦਾ ਬਣਦਾ ਹੈ। ਇਸ ਤੋਂ ਪਹਿਲਾਂ 1921 ਵਿੱਚ 22.3% ਇਮੀਗ੍ਰੈਂਟਸ ਆਬਾਦੀ ਰਿਕਾਰਡ ਕੀਤੀ ਗਈ। ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਆਉਣ ਵਾਲੇ ਇਮੀਗ੍ਰੈਂਟਸ ਦੀ ਬਹੁਤ ਗਿਣਤੀ ਇੰਡੋ ਪੈਸੀਫਿਕ ਖੇਤਰ ਤੋਂ ਹੈ। ਅੰਕੜੇ ਦੱਸਦੇ ਨੇ ਕਿ ਸਾਲ 2015 ਤੋਂ ਸਾਲ 2021 ਤੱਕ ਕੈਨੇਡਾ ਨੂੰ ਦੁਨੀਆ ਭਰ ਤੋਂ ਕੁੱਲ 23,74,030 ਸਟੱਡੀ ਵੀਜ਼ਾ ਅਰਜ਼ੀਆਂ ਹਾਸਲ ਹੋਈਆਂ, ਜਿਨ੍ਹਾਂ ਵਿੱਚੋਂ 1/3 ਤੋਂ ਵੱਧ ਸਿਰਫ ਭਾਰਤ ਦੇ ਨਾਲ ਸੰਬੰਧਿਤ ਨੇ। ਦੂਸਰਾ ਸਥਾਨ ਚੀਨ ਤੋਂ ਅਰਜ਼ੀਆਂ ਦੇਣ ਵਾਲੇ ਬਿਨੇਕਾਰਾਂ ਦਾ ਸੀ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਅੰਕੜੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਸਾਲ 2015 ਤੋਂ ਸਾਲ 2020 ਦਰਮਿਆਨ 3,29,080 ਵਿਅਕਤੀਆਂ ਨੇ ਕੈਨੇਡਾ ਦੀ PR ਹਾਸਲ ਕੀਤੀ, ਜਿਨ੍ਹਾਂ ਵਿੱਚੋਂ ਪਹਿਲਾ ਸਥਾਨ ਭਾਰਤੀ ਮੂਲ ਦੇ ਵਿਅਕਤੀਆਂ ਦਾ ਹੈ। ਭਾਰਤੀ ਮੂਲ ਦੇ 3 ਲੱਖ ਤੋਂ ਵਧੇਰੇ ਵਿਅਕਤੀਆਂ ਨੇ ਇਸ ਵੇਲੇ PR ਹਾਸਲ ਕੀਤੀ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਕੈਨੇਡਾ ਦੀ PR ਲੈਣ ਵਾਲੇ ਵਿਅਕਤੀਆਂ ਵਿੱਚ ਫਿਲੀਪੀਨਸ ਦੇਸ਼ਾਂ ਨਾਲ ਸੰਬੰਧਿਤ ਵਿਅਕਤੀ ਦੂਸਰੇ ਅਤੇ ਚੀਨੀ ਮੂਲ ਦੇ ਤੀਸਰੇ ਸਥਾਨ ਦੇ ਉੱਪਰ ਹਨ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦੇ ਰਾਹ ਦੇ ਵਿੱਚ ਬੈਕਲੌਗ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਮੀਗ੍ਰੇਸ਼ਨ ਅਰਜ਼ੀਆਂ ਦੀ ਜੋ ਪ੍ਰੋਸੈਸਿੰਗ ਲੇਟ ਹੋ ਰਹੀ ਹੈ, ਉਸ ਦੇ ਪਿੱਛੇ ਕਾਰਨ ਹੈ ਫਾਈਲਾਂ ਦਾ ਵੱਡਾ ਬੈਕਲੌਗ। ਦੱਸਿਆ ਜਾ ਰਿਹਾ ਹੈ ਕਿ 2 ਮਿਲੀਅਨ ਤੋਂ ਵੱਧ ਫਾਈਲਾਂ ਦਾ ਬੈਕਲੌਗ ਅਜੇ ਵੀ ਜਮ੍ਹਾਂ ਹੈ, ਜਿਨ੍ਹਾਂ ਉੱਪਰ ਫੈਸਲਾ ਸੁਣਾਇਆ ਜਾਣਾ ਬਾਕੀ ਹੈ। ਕੈਨੇਡਾ ਵਿੱਚ ਇਮੀਗ੍ਰੈਂਟਸ ਨਾਲ ਇਨਸਾਫ ਨਹੀਂ ਹੋ ਰਿਹਾ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਤੋਂ ਖੁਲਾਸਾ ਹੋਇਆ, ਜਿੱਥੇ ਪਤਾ ਚੱਲਿਆ ਕਿ ਇਮੀਗ੍ਰੈਂਟਸ ਨੂੰ ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਨਾਲ ਇਨਸਾਫ ਕਿਸ ਤਰ੍ਹਾਂ ਨਹੀਂ ਹੋ ਪਾ ਰਿਹਾ। ਇਮੀਗ੍ਰੈਂਟਸ ਨੂੰ ਲੈ ਕੇ ਸਟੈਟਿਸਟਿਕਸ ਕੈਨੇਡਾ ਵੱਲੋਂ ਇੱਕ ਤਾਜ਼ਾ ਰਿਪੋਰਟ ਪੇਸ਼ ਕੀਤੀ ਗਈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਕੈਨੇਡਾ ਉੱਚ ਸਿੱਖਿਆ ਪ੍ਰਾਪਤ ਇਮੀਗ੍ਰੈਂਟਸ ਨਾਲ ਇਨਸਾਫ ਨਹੀਂ ਕਰ ਪਾ ਰਿਹਾ। ਜੀ ਹਾਂ, ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ G7 ਦੇਸ਼ਾਂ ਵਿੱਚੋਂ ਕੈਨੇਡਾ ਪਹਿਲੇ ਸਥਾਨ ਤੇ ਹੈ, ਜਿੱਥੇ ਕੰਮਕਾਜੀ ਉਮਰ ਦੇ ਸਭ ਤੋਂ ਵੱਧ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਕਾਲਜ ਜਾਂ ਫਿਰ ਯੂਨੀਵਰਸਿਟੀ ਦੀ ਡਿਗਰੀ ਹੈ। ਅੰਕੜਿਆਂ ਮੁਤਾਬਕ ਇਹ ਗਿਣਤੀ 57.5% ਦੀ ਹੈ। ਇਸ ਰਿਪੋਰਟ ਦਾ ਭਾਵ ਹੈ ਕਿ ਇਮੀਗ੍ਰੈਂਟਸ ਦੀ ਪੜ੍ਹਾਈ ਸਦਕਾ ਕੈਨੇਡਾ ਨੂੰ G7 ਦੇਸ਼ਾਂ ਵਿੱਚ ਇਹ ਸਥਾਨ ਹਾਸਿਲ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ ਕੈਨੇਡਾ ਇਮੀਗ੍ਰੈਂਟ ਦੀਆਂ ਯੋਜਨਾਵਾਂ ਨੂੰ ਪਹਿਚਾਨਣ ਦੇ ਵਿੱਚ ਅਸਫਲ ਰਿਹਾ। ਸਾਲ 2021 ਦੇ ਸੈਂਸਸ ਮੁਤਾਬਕ ਕੈਨੇਡਾ ਅੰਦਰ 8.3 ਮਿਲੀਅਨ ਲੋਕ ਇਮੀਗ੍ਰੈਂਟਸ ਨੇ, ਜਿਸ ਦਾ ਮਤਲਬ ਹੈ ਕਿ ਕੁੱਲ ਆਬਾਦੀ ਦਾ 23% ਇਮੀਗ੍ਰੈਂਟਸ ਦਾ ਹਿੱਸਾ ਬਣਦਾ ਹੈ। ਇਸ ਤੋਂ ਪਹਿਲਾਂ ਸਾਲ 1921 ਵਿੱਚ 22.3% ਇਮੀਗ੍ਰੈਂਟ ਆਬਾਦੀ ਰਿਕਾਰਡ ਹੋਈ ਸੀ। ਏਜੰਸੀ ਮੁਤਾਬਕ ਕੈਨੇਡਾ ਵਿੱਚ ਕੰਮਕਾਜੀ ਉਮਰ ਦੇ ਲਗਭਗ 60% ਨਵੇਂ ਇਮੀਗ੍ਰੈਂਟਸ ਕੋਲ ਘੱਟੋ-ਘੱਟ ਬੈਚਲਰ ਡਿਗਰੀ ਹੈ। 25% ਦੇ ਕਰੀਬ ਵਿਦੇਸ਼ੀ ਸਿਖਲਾਈ ਪ੍ਰਾਪਤ ਇਮੀਗ੍ਰੈਂਟਸ ਆਪਣੀ ਮੌਜੂਦਾ ਨੌਕਰੀਆਂ ਵਾਸਤੇ ਲੋੜੀਂਦਾ ਸਿੱਖਿਆ ਤੋਂ ਵੱਧ ਸੁਰੱਖਿਅਤ ਨੇ। ਅੰਕੜਿਆਂ ਮੁਤਾਬਕ ਵਿਦੇਸ਼ ਤੋਂ ਸਿਖਲਾਈ ਪ੍ਰਾਪਤ ਨਰਸਾਂ ਵਿੱਚੋਂ ਸਿਰਫ 36.5% ਅਤੇ ਡਾਕਟਰਾਂ ਵਿੱਚੋਂ ਸਿਰਫ 41.1% ਲੋਕ ਆਪਣੇ ਖੇਤਰ ਵਿੱਚ ਕੰਮ ਕਰ ਰਹੇ ਨੇ। ਇਸ ਸਭ ਬਾਰੇ ਐਕਸਪਰਟਸ ਦਾ ਕਹਿਣਾ ਹੈ ਕਿ ਇਸ ਵੇਲੇ ਬਿਹਤਰ ਕੰਮ ਕਰਨ ਦੀ ਜ਼ਰੂਰਤ ਹੈ। ਟੋਰਾਂਟੋ ਦੇ ਯੂਨੀਵਰਸਿਟੀ ਹੈਲਥ ਨੈਟਵਰਕ ਦੇ ਵਿੱਚ ਖੋਜਕਾਰ ਵੱਲੋਂ ਦੱਸਿਆ ਗਿਆ ਕਿ ਸਟੈਟਸਕੈਨ ਦੇ ਅੰਕੜਿਆਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਮਚਾਰੀਆਂ ਦਾ ਰੁਝਾਨ ਸਾਹਮਣੇ ਆਉਣਾ ਪੂਰੇ ਦੇਸ਼ ਵਾਸਤੇ ਇੱਕ ਚੰਗੀ ਖਬਰ ਹੈ।
ਓਨਟਾਰੀਓ ਦੀ ਵੈਸਟਰਨ ਯੂਨੀਵਰਸਿਟੀ ਵਿੱਚ ਐਜੂਕੇਸ਼ਨ ਪਾਲਿਸੀ ਅਤੇ ਗਲੋਬਲ ਡਿਵੈਲਪਮੈਂਟ ਦੀ ਐਸੋਸੀਏਟ ਨੇ ਕਿਹਾ ਕਿ ਕੈਨੇਡਾ ਵਿੱਚ ਵਧੇਰੇ ਸਿੱਖਿਅਤ ਇਮੀਗ੍ਰੈਂਟਸ ਦੀ ਆਬਾਦੀ ਇਮੀਗ੍ਰੇਸ਼ਨ ਨੀਤੀ ਦੇ ਉੱਪਰ ਆਧਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨੀਤੀ ਵਧੇਰੇ ਸਿੱਖਿਅਤ ਲੋਕਾਂ ਦੇ ਪੱਖ ਵਿੱਚ ਹੈ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਉਹ ਡਾਕਟਰ ਅਤੇ ਸਹਾਇਕ ਨੌਕਰੀਆਂ ਵਾਸਤੇ ਅਰਜ਼ੀ ਦੇ ਰਹੇ ਹਨ। ਹੈਮਬੋਲਟ ਬ੍ਰੋਨੋਕੋਸ ਮਾਮਲੇ ਦੇ ਵਿੱਚ ਤਾਜ਼ਾ ਅਪਡੇਟ ਸਾਹਮਣੇ ਆਈ ਹੈ, ਜਿੱਥੇ ਵਕੀਲ ਵੱਲੋਂ ਉਮੀਦ ਦਾ ਪ੍ਰਗਟਾਵਾ ਕੀਤਾ ਗਿਆ। ਵਕੀਲ ਨੂੰ ਉਮੀਦ ਹੈ ਕਿ ਜਸਕੀਰਤ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਇੱਕ ਬਹਿਸ ਦਾ ਮੌਕਾ ਮਿਲ ਸਕੇਗਾ। ਇਸ ਮਾਮਲੇ ਬਾਰੇ ਹੋਰ ਕੀ ਹੁਣ ਤੱਕ ਦੀ ਅਪਡੇਟ ਸਾਹਮਣੇ ਆਈ ਹੈ, ਤੁਹਾਨੂੰ ਦੱਸਾਂਗੇ ਸਾਰੀ ਜਾਣਕਾਰੀ ਇਸ ਖਬਰ ਵਿੱਚ। ਹੈਮਬੋਲਟ ਬ੍ਰੋਨੋਕੋਸ ਮਾਮਲੇ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ, ਜਿੱਥੇ ਜਸਕੀਰਤ ਸਿੱਧੂ ਨੂੰ ਡਿਪੋਰਟ ਕੀਤੇ ਜਾਣ ਤੋਂ ਪਹਿਲਾਂ ਵਕੀਲ ਨੂੰ ਫੈਡਰਲ ਕੋਰਟ ਦੇ ਵਿੱਚ ਬਹਿਸ ਹੋਣ ਦੀ ਆਸ ਹੈ। ਦੱਸੀਏ ਕਿ ਜਸਕੀਰਤ ਸਿੰਘ ਨੂੰ ਹੈਮਬੋਲਟ ਬ੍ਰੋਨੋਕੋਸ ਦੇ ਮਾਮਲੇ ਵਿੱਚ 8 ਸਾਲ ਦੀ ਸਜ਼ਾ ਸੁਣਾਈ ਗਈ। ਜਸਕੀਰਤ ਨੇ ਸਾਲ 2018 ਦੇ ਹਾਦਸੇ ਵਾਸਤੇ ਖਤਰਨਾਕ ਡਰਾਈਵਿੰਗ ਦੇ ਇਲਜ਼ਾਮਾਂ ਵਿੱਚ ਜੋ ਆਪਣਾ ਜੁਰਮ ਕਬੂਲ ਕੀਤਾ, ਇਸ ਤਹਿਤ ਉਸ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ। ਦੱਸ ਦਈਏ ਕਿ ਇਹ ਹਾਦਸਾ ਸਸਕੈਚੁਆਨ ਦੇ ਪੇਂਡੂ ਇਲਾਕੇ ਦੇ ਵਿੱਚ ਹੋਇਆ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਦੌਰਾਨ ਜਸਕੀਰਤ ਟਰੱਕ ਚਲਾ ਰਿਹਾ ਸੀ ਤੇ ਇੰਟਰਸੈਕਸ਼ਨ ਤੇ ਬਣੇ ਸਟਾਪ ਸਾਈਨ ਤੇ ਨਹੀਂ ਰੁਕਿਆ, ਸਿੱਧਾ ਇੱਕ ਬੱਸ ਦੇ ਨਾਲ ਟਕਰਾ ਗਿਆ। ਇਹ ਬੱਸ ਹੈਮਬੋਲਟ ਬ੍ਰੋਨੋਕੋਸ ਦੀ ਹਾਕੀ ਟੀਮ ਨੂੰ ਲੈ ਕੇ ਜਾ ਰਹੀ ਸੀ। ਇਸ ਘਟਨਾ ਵਿੱਚ ਉਸ ਵੇਲੇ 16 ਜਾਣਿਆਂ ਦੀ ਜਾਨ ਚਲੀ ਗਈ ਤੇ 13 ਜਾਣੇ ਜ਼ਖਮੀ ਹੋਏ ਸਨ। ਮਾਰਚ ਮਹੀਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਸਿਫਾਰਿਸ਼ ਕੀਤੀ ਗਈ ਕਿ ਸਿੱਧੂ ਦਾ ਮਾਮਲਾ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੂੰ ਦਿੱਤਾ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਭਾਰਤ ਡਿਪੋਰਟ ਕੀਤੇ ਜਾਣ ਬਾਰੇ ਫੈਸਲਾ ਲਿਆ ਜਾ ਸਕੇ। ਸਿੱਧੂ ਦੇ ਵਕੀਲ ਮਾਈਕਲ ਨੇ ਕਿਹਾ ਕਿ ਜੇਕਰ ਫੈਡਰਲ ਅਦਾਲਤ ਕੇਸ ਦੀ ਸੁਣਵਾਈ ਨਾ ਕਰਨ ਦਾ ਫੈਸਲਾ ਕਰਦੀ ਹੈ ਤਾਂ ਦੇਸ਼ ਨਿਕਾਲੇ ਦੀ ਪ੍ਰੋਸੈਸਿੰਗ ਅੱਗੇ ਵਧੇਗੀ। ਵਕੀਲ ਮਾਈਕਲ ਨੇ ਕਿਹਾ ਕਿ ਫੈਡਰਲ ਕੋਰਟ ਕੋਲ ਸਾਰੀਆਂ ਲਿਖਤੀ ਦਲੀਲਾਂ ਜੁਲਾਈ ਦੇ ਵਿੱਚ ਦਰਜ ਕੀਤੀਆਂ ਗਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਤੌਰ ਦੇ ਉੱਪਰ ਜਦੋਂ ਸਮਾਂ ਲੱਗਦਾ ਹੈ, ਇਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਬਹਿਸ ਕਰਨ ਦਾ ਸਮਾਂ ਹੈ। ਇਹ ਇੱਕ ਹਾਈ ਪ੍ਰੋਫਾਈਲ ਕੇਸ ਹੈ, ਇਸ ਵਾਸਤੇ ਇੱਕ ਜੱਜ ਹੋਰ ਸਾਵਧਾਨ ਰਹਿਣਾ ਪਸੰਦ ਕਰੇਗਾ। ਜ਼ਿਕਰਯੋਗ ਹੈ ਕਿ ਪੈਰੋਲ ਬੋਰਡ ਆਫ ਕੈਨੇਡਾ ਨੇ ਜੁਲਾਈ ਦੌਰਾਨ ਸਿੱਧੂ ਨੂੰ 6 ਮਹੀਨਿਆਂ ਦੀ ਡੇ ਪੈਰੋਲ ਦਿੱਤੀ ਸੀ। ਬੋਰਡ ਦਾ ਕਹਿਣਾ ਸੀ ਕਿ ਜੇਕਰ ਉਹ ਪੀੜਤ ਪਰਿਵਾਰਾਂ ਨਾਲ ਸੰਪਰਕ ਨਾ ਕਰਨ ਸਮੇਤ ਹੋਰ ਸ਼ਰਤਾਂ ਦਾ ਪਾਲਣਾ ਕਰਦੇ ਨੇ ਤਾਂ ਉਨ੍ਹਾਂ ਨੂੰ ਪੂਰੀ ਪੈਰੋਲ ਦੇ ਦਿੱਤੀ ਜਾਵੇਗੀ। ਗ੍ਰੀਨ ਨੇ ਕਿਹਾ ਕਿ ਡੇ ਪੈਰੋਲ ਦਾ ਮਤਲਬ ਹੈ ਕਿ ਉਹ ਘਰ ਦੇ ਵਿੱਚ ਹਨ, ਉਹ ਆਪਣੀ ਪਤਨੀ ਦੇ ਨਾਲ ਨੇ ਤੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਉਹ ਕਿੰਨਾ ਕੁ ਖੁਸ਼ ਹੈ। ਗ੍ਰੀਨ ਨੇ ਕਿਹਾ ਕਿ ਭਾਵੇਂ ਉਸ ਨੂੰ ਅਦਾਲਤ ਦੇ ਵਿੱਚ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਉਹ ਸਫਲ ਵੀ ਹੋ ਜਾਂਦਾ ਹੈ ਤਾਂ ਵੀ ਮਾਮਲਾ ਇੱਕ ਹੋਰ ਸਮੀਖਿਆ ਵਾਸਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵਾਪਸ ਭੇਜਿਆ ਜਾਵੇਗਾ। ਵਕੀਲ ਦੇ ਦੱਸਣ ਮੁਤਾਬਕ ਕਈ ਵਾਰ ਜੱਜ ਆਪਣੇ ਫੈਸਲੇ ਦੇ ਵਿੱਚ ਟਿੱਪਣੀਆਂ ਕਰਦੇ ਨੇ ਜੋ ਕਿ ਅਧਿਕਾਰੀਆਂ ਨੂੰ ਕੁਝ ਸੇਧ ਦਿੰਦੀਆਂ ਨੇ। ਸਿੱਧੂ ਨੂੰ ਕੈਨੇਡਾ ਵਿੱਚ ਰੱਖਣ ਲਈ ਮਦਦ ਵਾਸਤੇ ਚਲਾਏ ਗਏ ਫੰਡਰੇਜ਼ਰ ਵਿੱਚ $42,000 ਤੋਂ ਵੱਧ ਇਕੱਠਾ ਹੋ ਚੁੱਕਿਆ ਹੈ। ਜਸਕੀਰਤ ਸਿੱਧੂ ਦੀ ਪਤਨੀ ਤਨਵੀਰ ਮਾਨ, ਜੋ ਕਿ ਕੈਨੇਡੀਅਨ ਨਾਗਰਿਕ ਹੈ, ਉਹਨਾਂ ਵੱਲੋਂ ਕਿਹਾ ਗਿਆ ਕਿ ਉਸਦੇ ਪਤੀ ਨੇ ਭਿਆਨਕ ਗਲਤੀ ਕੀਤੀ ਹੈ। ਤਨਵੀਰ ਮਾਨ ਨੇ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਅਜਿਹੇ ਲੋਕ ਹਨ ਜੋ ਮੰਨਦੇ ਨੇ ਕਿ ਜਸਕੀਰਤ ਨੂੰ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ ਤੇ ਉਸ ਨੂੰ ਕੈਨੇਡਾ ਵਿੱਚ ਰੱਖਣ ਲਈ ਮੇਰੀ ਲੜਾਈ ਵਿੱਚ ਯੋਗਦਾਨ ਪਾਉਣ ਵਾਸਤੇ ਉਹ ਤਿਆਰ ਰਹਿਣ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ ਇੰਟਰਨੈਸ਼ਨਲ ਐਕਸਪੀਰੀਅੰਸ ਪ੍ਰੋਗਰਾਮ ਦੇ ਵਿੱਚ ਹੁਣ ਕੁਝ ਬਦਲਾਅ ਕੀਤੇ ਜਾ ਰਹੇ ਨੇ। ਇਸ ਤਹਿਤ ਲੈਣ ਵਾਲੀਆਂ ਜਿਹੜੀਆਂ ਅਰਜ਼ੀਆਂ ਨੇ ਉਸ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਇਸ ਖਬਰ ਦੇ ਵਿੱਚ ਹੋਰ ਕੀ ਹੈ ਕੁਝ ਖਾਸ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਨੇ ਖੋਲੇ ਲੋਕਾਂ ਲਈ ਨਵੇਂ ਰਾਹ। ਇੰਟਰਨੈਸ਼ਨਲ ਐਕਸਪੀਰੀਅੰਸ ਪ੍ਰੋਗਰਾਮ 'ਚ ਹੁਣ ਕਰ ਸਕਦੇ ਨੇ ਟਰਾਈ। IRCC ਨੇ ਅੱਜ ਅੰਤਰਰਾਸ਼ਟਰੀ ਐਕਸਪੀਰੀਅੰਸ ਕੈਨੇਡਾ ਪ੍ਰੋਗਰਾਮ ਵਿੱਚ ਕੁਝ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ, ਜਿਸ ਵਿੱਚ ਐਪਲੀਕੈਂਟ ਦੀ ਸਮਰੱਥਾ ਵਿੱਚ ਵਾਧਾ ਅਤੇ 2023 ਲਈ ਪ੍ਰੋਗਰਾਮ ਖੁੱਲ੍ਹਣ ਦੀ ਡੇਟ ਸ਼ਾਮਲ ਹੈ। ਕੈਨੇਡਾ ਦੀ ਸਰਕਾਰ ਆਪਣੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪ੍ਰੋਗਰਾਮ ਦੇ ਆਉਣ ਵਾਲੇ ਸਾਲ ਲਈ ਐਪਲੀਕੈਂਟਸ ਪੂਲ ਦਾ ਵਿਸਤਾਰ ਕਰੇਗੀ। ਉਹਨਾਂ ਨੇ ਅੱਜ ਬੈਨਫ ਅਲਬਰਟਾ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ 9 ਜਨਵਰੀ 2023 ਦੀ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਮਿਤੀ ਦਾ ਐਲਾਨ ਕੀਤਾ। ISC ਪ੍ਰੋਗਰਾਮ ਕੈਨੇਡਾ ਦੇ 36 ਭਾਈਵਾਲ ਦੇਸ਼ਾਂ ਵਿੱਚ ਕਿਸੇ ਵਿੱਚ ਵੀ ਰਹਿ ਰਹੇ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਇਸ ਦੇਸ਼ ਵਿੱਚ 2 ਸਾਲਾਂ ਤੱਕ ਕੰਮ ਕਰਨ ਅਤੇ ਯਾਤਰਾ ਕਰਨ ਦੀ ਇਜਾਜ਼ਤ ਦੇਵੇਗਾ ਅਤੇ ਇਸ ਦੇ ਨਾਲ ਹੀ ਜਨਵਰੀ 2023 ਨੂੰ ਇਸ ਦੇ ਐਪਲੀਕੈਂਟ ਸਕੇਲ ਵਿੱਚ 20% ਜਾਂ ਲਗਭਗ 15,000 ਵਾਧੂ ਸਥਾਨ ਦਾ ਵਾਧਾ ਹੋਵੇਗਾ।
ਕੈਨੇਡਾ ਦੇ ਸੈਰ ਸਪਾਟਾ ਉਦਯੋਗ ਵਿੱਚ ਮੌਸਮੀ ਕੰਮ ਦੇ ਮੌਕਿਆਂ ਸਮੇਤ ਮਜ਼ਦੂਰੀ ਦੇ ਭਾੜੇ ਨੂੰ ਭਰਨ ਵਿੱਚ ਮਦਦ ਕਰੇਗਾ। ਇਸ ਸੰਬੰਧੀ ਹੋਰ ਜਾਣਕਾਰੀ ਲਈ ਤੁਸੀਂ ਕੈਨੇਡਾ ਦੇ ਇਮੀਗ੍ਰੇਸ਼ਨ ਦੀ ਅਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੇ ਹੋਏ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ। ਅਮਰੀਕੀ ਪੁਲਿਸ ਵੱਲੋਂ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਗਿਆ। ਇਸ ਮਾਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਵੱਡਾ ਬਿਆਨ ਵੀ ਸਾਹਮਣੇ ਆਇਆ, ਜਿੱਥੇ ਉਹਨਾਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਸਿੱਧੂ ਮੂਸੇਵਾਲਾ ਕਤਲकांड ਦੇ ਮਾਮਲੇ ਵਿੱਚ ਅੱਜ ਇੱਕ ਵੱਡੀ ਅਪਡੇਟ ਸਾਹਮਣੇ ਆਈ, ਜਿੱਥੇ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਬਾਰੇ ਹੁਣ ਪੁਸ਼ਟੀ ਵੀ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੂੰ ਜਲਦ ਦੇਸ਼ ਲਿਆਂਦਾ ਜਾਵੇਗਾ। ਜੀ ਹਾਂ, ਸਿੱਧੂ ਮੂਸੇਵਾਲਾ ਕਤਲकांड ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕੀ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਆਪਣੇ ਬਿਆਨ ਦੇ ਵਿੱਚ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਜਲਦ ਹੀ ਗੋਲਡੀ ਬਰਾੜ ਨੂੰ ਪੰਜਾਬ ਲਿਆਂਦਾ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਕਈ ਕਤਲ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ ਪਾਇਆ ਗਿਆ, ਜਿਸ ਨੂੰ ਅਮਰੀਕਾ ਪੁਲਿਸ ਨੇ ਡਿਟੇਨ ਕੀਤਾ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਜਾਣੀ ਕਿ ਗਾਇਕ ਸ਼ੁਭਦੀਪ ਸਿੰਘ ਸਿੱਧੂ ਦਾ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲकांड ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਵੱਲੋਂ ਲਈ ਗਈ। ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਵਿਦੇਸ਼ਾਂ ਵਿੱਚ ਭਗੌੜੇ ਬਦਮਾਸ਼ਾਂ ਦੀ ਗ੍ਰਿਫਤਾਰੀ ਜਾਂ ਫਿਰ ਹਿਰਾਸਤ ਵਾਸਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ। ਦੱਸ ਦਈਏ ਕਿ ਗੈਂਗਸਟਰ ਗੋਲਡੀ ਬਰਾੜ ਪੰਜਾਬ ਦੇ ਮੁਕਤਸਰ ਜ਼ਿਲ੍ਹਾ ਦੇ ਨਾਲ ਸੰਬੰਧਿਤ ਹੈ, ਜੋ ਕਿ ਸਾਲ 2017 ਵਿੱਚ ਵਿਦਿਆਰਥੀ ਵੀਜ਼ੇ ਦੇ ਉੱਪਰ ਕੈਨੇਡਾ ਗਿਆ ਸੀ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਹੈ। ਬਰਾੜ ਦਾ ਨਾਮ ਹੁਣ ਤੱਕ ਕਈ ਕਤਲ ਦੀਆਂ ਵਾਰਦਾਤਾਂ ਦੇ ਵਿੱਚ ਸਾਹਮਣੇ ਆ ਚੁੱਕਾ ਹੈ। ਇੱਕ ਔਰਤ ਨੂੰ ਵਾਹਨ ਦੀ ਟੱਕਰ ਲੱਗਣ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਔਰਤ ਦੀ ਪਹਿਚਾਣ ਅਜੇ ਨਹੀਂ ਦੱਸੀ ਗਈ, ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਹਨ ਨੂੰ ਚਲਾਉਣ ਵਾਲਾ ਡਰਾਈਵਰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ। ਮਿਸੀਸਾਗਾ ਦੇ ਵਿੱਚ ਇੱਕ ਹਾਦਸਾ ਵਾਪਰਿਆ, ਜਿੱਥੇ ਵਾਹਨ ਦੀ ਟੱਕਰ ਔਰਤ ਨੂੰ ਲੱਗੀ ਤੇ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਦੱਸੀ ਜਾ ਰਹੀ ਹੈ। ਪੀਲ ਰੀਜਨਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਘਟਨਾ 8 ਵਜੇ ਦੇ ਕਰੀਬ ਟੈਲਫੋਰਡ ਵੇ ਦੇ ਨੇੜੇ ਵਾਪਰੀ। ਅਧਿਕਾਰੀਆਂ ਦੇ ਦੱਸਣ ਮੁਤਾਬਕ ਵਾਹਨ ਦੀ ਟੱਕਰ ਲੱਗਣ ਕਾਰਨ ਰਾਹਗੀਰ ਜ਼ਖਮੀ ਹੋਈ, ਜਿਸ ਨੂੰ ਟਰਾਮਾ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਗਿਆ। ਜਿਸ ਵੇਲੇ ਇਸ ਔਰਤ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਉਸ ਦੌਰਾਨ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਇਸ ਤੋਂ ਇਲਾਵਾ ਪਤਾ ਚੱਲਿਆ ਹੈ ਕਿ ਵਾਹਨ ਨੂੰ ਚਲਾਉਣ ਵਾਲਾ ਡਰਾਈਵਰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ ਤੇ ਉਸ ਵੱਲੋਂ ਜਾਂਚ ਦੇ ਵਿੱਚ ਸਹਿਯੋਗ ਦਿੱਤਾ ਗਿਆ। ਘਟਨਾ ਵਾਲੀ ਥਾਂ ਨੂੰ ਕੁਝ ਦੇਰ ਲਈ ਬੰਦ ਕੀਤਾ ਗਿਆ, ਪਰ ਬਾਅਦ ਦੇ ਵਿੱਚ ਉਸ ਨੂੰ ਮੁੜ ਖੋਲ੍ਹ ਦਿੱਤਾ ਗਿਆ। ਹੁਣ ਤੱਕ ਦੀ ਅਪਡੇਟ ਦੇ ਵਿੱਚ ਪੁਲਿਸ ਵੱਲੋਂ ਅਜੇ ਪੀੜਤ ਔਰਤ ਦੀ ਪਹਿਚਾਣ ਜਾਂ ਫਿਰ ਉਸ ਦੀ ਉਮਰ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਵਾਹਨ ਨੂੰ ਚਲਾਉਣ ਵਾਲੇ ਡਰਾਈਵਰ ਦੇ ਬਾਰੇ ਵੀ ਬਹੁਤੀ ਡਿਟੇਲ ਨਹੀਂ ਦੱਸੀ ਗਈ। ਸਿਰਫ ਇਹੀ ਸਪਸ਼ਟ ਕੀਤਾ ਗਿਆ ਕਿ ਉਹ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਰਿਹਾ। ਪੀਲ ਪੁਲਿਸ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਖੁਸ਼ਖਬਰੀ ਦਿੱਤੀ ਗਈ, ਜਿਸ ਨਾਲ ਬੱਚਿਆਂ ਨੂੰ ਰਾਹਤ ਮਿਲੇਗੀ। ਪ੍ਰਧਾਨ ਮੰਤਰੀ ਵੱਲੋਂ ਦੱਸਿਆ ਗਿਆ ਕਿ ਡੈਂਟਲ ਕੇਅਰ ਪ੍ਰੋਗਰਾਮ ਬੱਚਿਆਂ ਵਾਸਤੇ ਐਲਾਨ ਕਰ ਦਿੱਤਾ ਗਿਆ। ਇਸ ਨਾਲ ਕਿਹਨਾਂ ਨੂੰ ਫਾਇਦਾ ਹੋਵੇਗਾ, ਇਸ ਬਾਰੇ ਬੋਲਦੇ ਹੋਏ ਵੀ ਪ੍ਰਧਾਨ ਮੰਤਰੀ ਦਿਖਾਈ ਦਿੱਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਖੁਸ਼ਖਬਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਕੈਨੇਡਾ ਡੈਂਟਲ ਬੈਨੀਫਿਟ ਜੋ ਕਿ ਬੱਚਿਆਂ ਵਾਸਤੇ ਹੈ, ਉਹ ਲਾਂਚ ਕਰ ਦਿੱਤਾ ਗਿਆ। ਇਸ ਨਾਲ ਜਿਹੜੇ ਬੱਚਿਆਂ ਨੂੰ ਫਾਇਦਾ ਹੋਣ ਵਾਲਾ ਹੈ, ਇਸ ਬਾਰੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਦੀ ਵੀਡੀਓ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸਾਂਝੀ ਕੀਤੀ ਤੇ ਕੈਨੇਡੀਅਨਸ ਨੂੰ ਇੱਕ ਖੁਸ਼ਖਬਰੀ ਦਿੱਤੀ ਹੈ। Our government has always been committed to supporting families, and today we're delivering real change with the launch of the Canada Dental Benefit. This is an interim federal program that will enable children up to the age of 12 to be brought to the dentist by their parents or their guardians. These are kids that are not currently attending the dentist or don't have any kind of coverage. And we're very excited about this because this is going to improve access to care for children. And we know that if we get children into the dental office early and get an examination, we can detect small problems before they become big problems. So this is going to be a game changer actually for a lot of young children. I'm quite excited thinking about all the little kids out there right now who are going to be coming to the dentist and are going to be set on the road to good oral health in the future. Aujourd'hui, on lance la prestation dentaire canadienne. Notre gouvernement va aider les familles admissibles à payer les soins dentaires de leurs enfants avec jusqu'à 1 300 $ sur 2 ans. Les paiements sont libres d'impôts et sont versés directement aux parents.
Vous pouvez vous rendre sur le site de l'Agence du revenu du Canada pour faire une demande dès aujourd'hui. ਕੈਨੇਡਾ ਦੇ ਕੁਝ ਹਿੱਸਿਆਂ ਵਾਸਤੇ ਇੱਕ ਵਾਰ ਫਿਰ ਤੋਂ ਸਨੋ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਕਈ ਹਿੱਸਿਆਂ ਵਿੱਚ ਸਨੋ ਇੱਕ ਵਾਰ ਫਿਰ ਤੋਂ ਪਵੇਗੀ। ਇਨਵਾਇਰਨਮੈਂਟ ਕੈਨੇਡਾ ਵੱਲੋਂ ਮੌਸਮ ਦੀ ਅਪਡੇਟ ਲਗਾਤਾਰ ਵੈਬਸਾਈਟ ਦੇ ਉੱਪਰ ਵੀ ਸਾਂਝੀ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਰਸਤਿਆਂ ਉੱਪਰ ਕਾਫੀ ਤਿਲਕਣ ਹੋ ਜਾਵੇਗੀ, ਜਿਸ ਤੋਂ ਬਾਅਦ ਜਿਹੜੇ ਰਸਤੇ ਦੇ ਉੱਪਰ ਜਾ ਰਹੇ ਯਾਤਰੀ ਨੇ ਉਹ ਕਾਫੀ ਪਰਹੇਜ਼ ਤੇ ਆਪਣਾ ਖਿਆਲ ਰੱਖਣ। ਮੈਟਰੋ ਵੈਨਕੂਵਰ ਵਾਸਤੇ ਇੱਕ ਵਾਰ ਫਿਰ ਤੋਂ ਸਨੋ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਇਨਵਾਇਰਨਮੈਂਟ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਮੈਟਰੋ ਵੈਨਕੂਵਰ ਦੇ ਕੁਝ ਹਿੱਸਿਆਂ ਵਿੱਚ ਇੱਕ ਵਾਰ ਫਿਰ ਤੋਂ ਸਨੋ ਪੈਣ ਦੀ ਸੰਭਾਵਨਾ ਹੈ। ਕੁਝ ਹਿੱਸਿਆਂ ਵਾਸਤੇ ਸਪੈਸ਼ਲ ਵੈਦਰ ਸਟੇਟਮੈਂਟ ਜਾਰੀ ਕੀਤੀ ਗਈ ਹੈ। ਦੱਸਦੀਏ ਕਿ ਸਟੇਟਮੈਂਟ ਵਿੱਚ ਦੱਸਿਆ ਗਿਆ ਕਿ ਕੁਝ ਖੇਤਰਾਂ ਵਿੱਚ 2 ਤੋਂ 5 ਸੈਂਟੀਮੀਟਰ ਤੱਕ ਸਨੋ ਪਵੇਗੀ। ਇਹ ਐਡਵਾਈਜ਼ਰੀ ਮੈਟਰੋ ਵੈਨਕੂਵਰ, ਫਰੀਜ਼ਰ ਵੈਲੀ, ਹੌਫ ਸਾਊਂਡ, ਸਨਸ਼ਾਈਨ ਕੋਸਟ ਅਤੇ ਸਦਰਨ ਗੋਲਫ ਆਈਲੈਂਡ ਦੇ ਵਾਸਤੇ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਮੈਟਰੋ ਵੈਨਕੂਵਰ ਦੇ ਵਿੱਚ ਤਾਪਮਾਨ ਕਾਫੀ ਠੰਡਾ ਰਹਿਣ ਵਾਲਾ ਹੈ, ਜਿਸ ਕਾਰਨ ਤਿਲਕਣ ਦੇ ਹਾਲਾਤ ਵੀ ਬਣ ਸਕਦੇ ਨੇ। ਰਸਤਿਆਂ ਉੱਪਰ ਤਿਲਕਣ ਪੈਦਾ ਹੋ ਸਕਦੀ ਹੈ, ਜਿਸ ਤੋਂ ਬਾਅਦ ਡਰਾਈਵਰਾਂ ਨੂੰ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੈਨਕੂਵਰ ਆਈਲੈਂਡ ਦੇ ਵਿੱਚ ਗ੍ਰੇਟਰ ਵਿਕਟੋਰੀਆ ਵਾਸਤੇ ਵੀ ਸਨੋਫਾਲ ਦੀ ਚੇਤਾਵਨੀ ਦਿੱਤੀ ਗਈ, ਜਿੱਥੇ ਉਮੀਦ ਕੀਤੀ ਜਾ ਰਹੀ ਹੈ ਕਿ 5 ਤੋਂ 15 ਸੈਂਟੀਮੀਟਰ ਤੱਕ ਸਨੋ ਪੈਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਦੀ ਜੋ ਪਹਿਲੀ ਸਨੋ ਪਈ ਹੈ, ਉਸ ਕਾਰਨ ਤਾਪਮਾਨ ਕੁਝ ਹਿੱਸਿਆਂ ਦੇ ਵਿੱਚ ਕਾਫੀ ਠੰਡਾ ਹੋ ਚੁੱਕਿਆ ਹੈ। ਇਸ ਤਾਪਮਾਨ ਦੇ ਕਾਰਨ ਲੋਕ ਪਰੇਸ਼ਾਨ ਵੀ ਹੋ ਰਹੇ ਨੇ। ਜਦੋਂ ਸਨੋ ਪਈ ਤਾਂ ਕਈ ਲੋਕ ਸੜਕਾਂ ਦੇ ਉੱਪਰ ਫਸ ਗਏ ਤੇ ਕਈ ਘਰਾਂ ਦੀ ਬਿਜਲੀ ਵੀ ਗੁੱਲ ਹੋ ਗਈ। ਇਨਵਾਇਰਨਮੈਂਟ ਕੈਨੇਡਾ ਲਗਾਤਾਰ ਮੌਸਮ ਦੀ ਜਾਣਕਾਰੀ ਆਪਣੀ ਵੈਬਸਾਈਟ ਦੇ ਉੱਪਰ ਵੀ ਸਾਂਝੀ ਕਰ ਰਿਹਾ ਹੈ। ਓਨਟਾਰੀਓ ਵੱਲੋਂ ਫੰਡਿੰਗ ਦਾ ਐਲਾਨ ਕੀਤਾ ਗਿਆ। ਓਨਟਾਰੀਓ ਸਰਕਾਰ ਨੇ $9.4 ਮਿਲੀਅਨ ਦੀ ਫੰਡਿੰਗ ਐਲਾਨੀ ਹੈ। ਹੁਣ ਇਸ ਦੇ ਨਾਲ ਕਿਸ ਨੂੰ ਫਾਇਦਾ ਹੋਣ ਵਾਲਾ ਹੈ, ਇਹ ਫੰਡਿੰਗ ਕਿਸ ਕਾਰਨ ਐਲਾਨੀ ਗਈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਓਨਟਾਰੀਓ ਵੱਲੋਂ ਕ੍ਰਿਟੀਕਲ ਕੇਅਰ ਨਰਸਿੰਗ ਪ੍ਰੋਗਰਾਮ ਵਾਸਤੇ ਖਾਸ ਐਲਾਨ ਕੀਤਾ ਗਿਆ, ਜਿੱਥੇ ਓਨਟਾਰੀਓ ਸਰਕਾਰ ਨੇ $9.4 ਮਿਲੀਅਨ ਦਾ ਐਲਾਨ ਕੀਤਾ ਹੈ। ਇਸ ਮੌਕੇ ਤੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਆਓ ਤੁਹਾਨੂੰ ਦੱਸਦੇ ਹਾਂ। Every healthcare worker practicing in Ontario, we know it hasn't been easy. The pressures our healthcare system are facing have been decades in the making and have been exacerbated by a global pandemic. This is not just happening here in Ontario. Other jurisdictions from around the world are facing staffing shortages. To add to this year's triple threat of influenza, RSV, and COVID-19 has placed extra demands on the healthcare system across the country. We continue to encourage all Ontarians to stay up to date with their vaccines, including getting your bivalent booster dose and your flu shot. We are also extending the very successful free rapid antigen test program in grocery stores and pharmacies across the province until June 30th, 2023. I also want to thank our grocery and pharmacy partners for stepping up to help us deliver this program for another winter season. In light of all of these pressures, the government remains focused on ensuring we are not only having enough healthcare workers to deal with the demands of today, but also preparing for the future. It is why we have invested in publicly funded healthcare at record levels. We have ramped up our strategies to bolster Ontario's health workforce by providing increased funding to recruit, retain, and train nurses and other healthcare staff. I'm pleased to announce that we are investing more than $9.4 million to support accelerated critical care nursing at Centennial College, Conestoga College, George Brown College, Laurentian University, Mohawk College, and St. Lawrence College. This funding will help register nurses who want to work in critical care upskill in areas like respiratory, palliative, and cardiac care. The government will also be paying for the tuition of these students, along with all college and hospital costs, including any associated costs related to backfilling their current position to ensure continuity of care. ਕਾਰ ਚੈਕਿੰਗ ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਐਲਬਰਟਾ ਪੁਲਿਸ ਵੱਲੋਂ ਇਹਨਾਂ ਸੰਬੰਧੀ ਕਾਰਵਾਈ ਕੀਤੀ ਗਈ ਹੈ। ਐਲਬਰਟਾ ਪੁਲਿਸ ਨੇ ਜਦੋਂ ਛਾਪੇ ਮਾਰੇ ਤਾਂ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਚੋਰੀ ਦੇ ਵਾਹਨ ਬਰਾਮਦ ਹੋਏ, ਜਿਸ ਬਾਰੇ ਉਹਨਾਂ ਨੇ ਹੁਣ ਤੱਕ ਦੀ ਡਿਟੇਲ ਸਾਂਝੀ ਕੀਤੀ। ਅਲਬਰਟਾ ਪੁਲਿਸ ਨੇ ਮਾਰੇ ਛਾਪੇ, 100 ਚੋਰੀ ਹੋਏ ਵਾਹਨ ਹੋਏ ਬਰਾਮਦ। ਅਲਬਰਟਾ ਪੁਲਿਸ ਨੇ ਨਵੰਬਰ ਦੇ ਅਖੀਰ ਵਿੱਚ ਐਡਮਿੰਟਨ ਦੇ ਦੱਖਣ ਦੇ ਵਿੱਚ 1 ਦਰਜਨ ਤੋਂ ਵੱਧ ਪੇਂਡੂ ਸੰਪਤੀਆਂ ਦੀ ਤਲਾਸ਼ੀ ਲਈ ਤਾਂ ਤਕਰੀਬਨ 100 ਤੋਂ ਵੱਧ ਚੋਰੀ ਹੋਏ ਵਾਹਨ ਅਤੇ ਸਾਜ਼ੋ ਸਮਾਨ ਦੇ ਟੁਕੜੇ ਮਿਲੇ।
ਏਜੰਸੀ ਨੇ ਕਿਹਾ ਕਿ ਚੋਰੀ ਕੀਤੀ ਜਾਇਦਾਦ ਵਿੱਚ ਵਾਹਨ, ਖੇਤੀ ਉਪਕਰਨ ਅਤੇ ਹੋਰ ਮਸ਼ੀਨਰੀ ਸ਼ਾਮਲ ਨੇ। ਪੁਲਿਸ ਨੇ 21 ਨਵੰਬਰ 2022 ਨੂੰ ਪ੍ਰਾਪਰਟੀ ਜੁਰਮ ਦੀ ਜਾਂਚ ਦੇ ਹਿੱਸੇ ਵਜੋਂ ਕੈਮਰੋਸ ਅਤੇ ਆਸ-ਪਾਸ ਦੇ ਖੇਤਰ ਦੇ ਪਤਿਆਂ ਉੱਤੇ 17 ਖੋਜ ਵਾਰੰਟ ਕੀਤੇ। ਸ਼ੁੱਕਰਵਾਰ ਨੂੰ ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਜ਼ਿਆਦਾਤਰ ਸਥਾਨ ਕੈਮਰੋਸ ਵਿੱਚ ਸਨ, ਪਰ ਸਥਾਨਕ ਕਾਉਂਟੀ, ਪੈਨਿਕਾ ਕਾਉਂਟੀ ਅਤੇ ਸਕੈਚਵੈਨ ਵਿੱਚ ਹਿਲਸ ਡਰੇਨ ਦੀ ਗ੍ਰਾਮੀਣ ਨਗਰਪਾਲਿਕਾ ਵਿੱਚ ਵੀ ਸਨ। ਨਗਰਪਾਲਿਕਾ ਉੱਤਰੀ ਬੈਟਲਫੋਰਡ ਦੇ ਪੱਛਮ ਵਿੱਚ ਸਥਿਤ ਹੈ। 1 ਦਰਜਨ ਪੁਲਿਸ ਵਿਭਾਗਾਂ ਦੇ 170 ਤੋਂ ਵੱਧ ਪੁਲਿਸ ਅਧਿਕਾਰੀਆਂ ਨੇ ਇਸ ਕੇਸ ਵਿੱਚ ਯੋਗਦਾਨ ਪਾਇਆ। ਅਲਬਰਟਾ ਲਾ ਐਨਫੋਰਸਮੈਂਟ ਰਿਸਪੌਂਸ ਟੀਮਾਂ ਇੱਕ ਸਬਾਈ ਤੌਰ ਉੱਤੇ ਫੰਡ ਪ੍ਰਾਪਤ ਸੰਸਥਾ ਹੈ ਜੋ ਗੰਭੀਰ ਅਤੇ ਸੰਗਠਿਤ ਅਪਰਾਧ ਦੀ ਜਾਂਚ ਕਰਦੀ ਹੈ। ਕੈਨੇਡਾ ਦੀ ਆਰਥਿਕਤਾ ਵਿੱਚ ਔਰਤਾਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ। ਸਟੈਟਿਸਟਿਕਸ ਕੈਨੇਡਾ ਨੇ ਤਾਜ਼ਾ ਅੰਕੜੇ ਪੇਸ਼ ਕੀਤੇ ਜਿੱਥੇ ਦੱਸਿਆ ਗਿਆ ਕਿ ਅਨਇੰਪਲੋਇਮੈਂਟ ਰੇਟ ਨਵੰਬਰ ਮਹੀਨੇ ਕਿੰਨੀ ਦਰਜ ਕੀਤੀ ਗਈ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਔਰਤਾਂ ਵੱਲੋਂ ਕਾਫੀ ਜ਼ਿਆਦਾ ਯੋਗਦਾਨ ਪਾਇਆ ਗਿਆ। ਜੋ ਔਰਤਾਂ ਨੂੰ ਨੌਕਰੀ ਮਿਲੀ ਹੈ ਉਸ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ। ਕੈਨੇਡਾ ਦੀ ਆਰਥਿਕਤਾ ਨੂੰ ਅੱਗੇ ਵਧਾਉਣ ਵਿੱਚ ਔਰਤਾਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ। ਜੀ ਹਾਂ, ਕੈਨੇਡਾ ਤੋਂ ਰੋਜ਼ਗਾਰ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਜਿੱਥੇ ਪਤਾ ਚੱਲਿਆ ਕਿ ਇਸ ਰੋਜ਼ਗਾਰ ਦੇ ਵਿੱਚ ਔਰਤਾਂ ਵੱਲੋਂ ਕਾਫੀ ਜ਼ਿਆਦਾ ਯੋਗਦਾਨ ਪਾਇਆ। ਨਵੰਬਰ ਮਹੀਨੇ ਦੇ ਆંકੜੇ ਪੇਸ਼ ਕੀਤੇ ਗਏ ਜਿਸ ਰਾਹੀਂ ਪਤਾ ਚੱਲਿਆ ਹੈ ਕਿ 25 ਤੋਂ 54 ਸਾਲ ਦੀਆਂ ਔਰਤਾਂ ਵਿੱਚ ਇੰਪਲੋਇਮੈਂਟ ਰੇਟ 81.6% ਦਰਜ ਕੀਤਾ ਗਿਆ। ਇਨ੍ਹਾਂ ਆંકੜਿਆਂ ਤੋਂ ਸਪਸ਼ਟ ਹੋ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਨਵੰਬਰ ਮਹੀਨੇ ਦੌਰਾਨ ਅਨਇੰਪਲੋਇਮੈਂਟ ਰੇਟ ਕਾਫੀ ਹੇਠਾਂ ਆ ਗਿਆ। ਇਹ ਆંકੜੇ ਸਟੈਟਿਸਟਿਕਸ ਕੈਨੇਡਾ ਵੱਲੋਂ ਪੇਸ਼ ਕੀਤੇ ਗਏ ਜਿੱਥੇ ਦੱਸਿਆ ਗਿਆ ਕਿ ਪਿਛਲੇ ਮਹੀਨੇ 25,000 ਨਵੀਆਂ ਨੌਕਰੀਆਂ ਆਰਥਿਕਤਾ ਦੇ ਵਿੱਚ ਸ਼ਾਮਿਲ ਹੋਈਆਂ। ਇਨ੍ਹਾਂ ਨੌਕਰੀਆਂ ਦੇ ਵਿੱਚ ਔਰਤਾਂ ਵੱਲੋਂ ਅਹਿਮ ਕਿਰਦਾਰ ਨਿਭਾਇਆ ਗਿਆ ਹੈ। ਇਹ ਜੋ ਵਾਧਾ ਹੋਇਆ ਇਸ ਦੇ ਪਿੱਛੇ ਇਮੀਗ੍ਰੈਂਟਸ ਨੂੰ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਨਵੰਬਰ ਮਹੀਨੇ ਦੌਰਾਨ ਇੰਪਲੋਇਮੈਂਟ ਰੇਟ ਦੇ ਵਿੱਚ ਹੁਣ ਬਦਲਾਅ ਦੇਖਣ ਵਿੱਚ ਆਇਆ ਜਿੱਥੇ ਆਰਥਿਕਤਾ ਅੰਦਰ ਕਾਫੀ ਨੌਕਰੀਆਂ ਸ਼ਾਮਿਲ ਹੋਈਆਂ ਨੇ। ਫੈਡਰਲ ਏਜੰਸੀ ਦੇ ਦੱਸਣ ਮੁਤਾਬਕ ਅਨਇੰਪਲੋਇਮੈਂਟ ਰੇਟ 5.1% ਦਰਜ ਕੀਤਾ ਗਿਆ ਜੋ ਕਿ ਪਿਛਲੇ ਮਹੀਨੇ 5.2% ਦੱਸਿਆ ਗਿਆ ਸੀ। ਅਲੱਗ-ਅਲੱਗ ਸੈਕਟਰਸ ਦੇ ਵਿੱਚ ਨੌਕਰੀਆਂ ਵਧੀਆਂ ਨੇ। ਨੌਕਰੀਆਂ ਦਾ ਵਾਧਾ ਫਾਈਨਾਂਸ, ਇੰਸ਼ੋਰੈਂਸ, ਰੀਅਲ ਏਸਟੇਟ, ਰੈਂਟਲ, ਲੀਜ਼ਿੰਗ, ਮੈਨੂਫੈਕਚਰਿੰਗ ਅਤੇ ਇਨਫੋਰਮੇਸ਼ਨ ਕਲਚਰ ਐਂਡ ਰੀਕ੍ਰੀਏਸ਼ਨ ਦੇ ਵਿੱਚ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹੋਲਸੇਲ ਤੇ ਰੀਟੇਲ ਟ੍ਰੇਡ ਦੇ ਵਿੱਚ ਇੰਪਲੋਇਮੈਂਟ ਰੇਟ ਘੱਟ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਵੱਲੋਂ ਵੀ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਵੱਲੋਂ ਅਨਇੰਪਲੋਇਮੈਂਟ ਦਾ ਜ਼ਿਕਰ ਕੀਤਾ ਗਿਆ। In recent months, we've seen initial signs of these exceptionally tight labor markets starting to ease. Since the spring, employment has leveled off and the unemployment has crept up a little to 5.2%. Wage growth has risen, but it looks to be plateauing. Job vacancies have started to decline. And their softening has been more evident in sectors that are more sensitive to interest rates, like manufacturing and construction. As we look ahead, there are two elements to achieving a better balanced labor market: demand and supply. Demand for labor needs to moderate so supply can catch up. And the more labor supply grows over time, the less slowing is needed in labor demand to restore and maintain price stability. The first part, slowing demand, is what we influence with interest rate increases. Generally, low unemployment and high demand for workers benefits the Canadian economy. Good jobs are the best way to reduce inequality and ensure that Canadians have the incomes they need to meet the needs of their families. But right now, we need the economy to slow down. With more modest spending growth, the demand for labor by businesses will ease. Vacancies will decline and the labor market will come into better balance. This will relieve price pressures. Increasingly, we hear concerns that Europe, the United States, and even Canada are heading for a recession. As we said in our October Monetary Policy Report, we expect growth in Canada to stall in the next few quarters. In other words, we expect growth to be close to zero. ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਵੱਲੋਂ ਇੱਕ ਵਾਰ ਫਿਰ ਤੋਂ ਕਾਰਵਾਈ ਕੀਤੀ ਗਈ। ਇਸ ਵਾਰ ਉਹਨਾਂ ਨੇ ਇੱਕ ਹੋਰ ਸ਼ਖਸ ਖਿਲਾਫ ਕਾਰਵਾਈ ਕੀਤੀ ਜਿਨ੍ਹਾਂ ਨੂੰ ਟਵਿੱਟਰ ਤੋਂ ਹਟਾ ਦਿੱਤਾ ਗਿਆ, ਭਾਵ ਕਿ ਬੈਨ ਕਰ ਦਿੱਤਾ ਗਿਆ। ਅਜਿਹੀ ਕਾਰਵਾਈ ਉਹਨਾਂ ਵੱਲੋਂ ਕਿਸ ਕਾਰਨ ਕੀਤੀ ਗਈ ਹੈ ਕੀ ਇਸ ਬਾਰੇ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਹਿੰਸਾ ਭੜਕਾਊ ਟਵੀਟ ਦੇ ਲਈ ਟਵਿੱਟਰ ਤੋਂ ਕੈਨੇ ਵੈਸਟ ਨੂੰ ਬੈਨ ਕਰ ਦਿੱਤਾ ਹੈ। ਜੀ ਹਾਂ, ਕੈਨੇ ਵੈਸਟ ਨੂੰ ਟਵਿੱਟਰ ਤੋਂ ਬੈਨ ਕਰ ਦਿੱਤਾ ਗਿਆ ਅਤੇ ਅਪਮਾਨਜਨਕ ਟਵੀਟਾਂ ਤੇ ਹਿੰਸਾ ਭੜਕਾਉਣ ਦਾ ਦੋਸ਼ ਲਗਾਇਆ ਗਿਆ। ਯੂਐਸ ਰੈਪਰ ਜੋ ਕਿ ਹੁਣ ਯੇ ਦੇ ਨਾਮ ਨਾਲ ਜਾਣੇ ਜਾਂਦੇ ਨੇ ਕਾਫੀ ਸਾਰੇ ਅਜਿਹੇ ਟਵੀਟਸ ਕੀਤੇ ਜੋ ਕਿ ਅਲੱਗ-ਅਲੱਗ ਕਮਿਊਨਿਟੀਜ਼ ਨੂੰ
ਟਾਰਗੇਟ ਕਰ ਰਹੇ ਸਨ। ਟਵਿੱਟਰ ਦੇ ਨਵੇਂ ਬੌਸ ਐਲਨ ਮਸਕ ਨੇ ਇੱਕ ਯੂਜ਼ਰ ਦੁਆਰਾ ਕੈਨੀ ਨੂੰ ਠੀਕ ਕਰਨ ਲਈ ਕਿਹਾ ਸੀ। ਮਸਕ ਨੇ ਟਵੀਟ ਕੀਤਾ ਕਿ ਵੈਸਟ ਨੇ ਹਿੰਸਾ ਨੂੰ ਭੜਕਾਉਣ ਦੇ ਵਿਰੁੱਧ ਸਾਡੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਮਸਕ ਨੇ ਇੱਕ ਟਵਿੱਟਰ ਪੋਸਟ ਵਿੱਚ ਲਿਖਿਆ ਕਿ ਖਾਤਾ ਬੈਨ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਇਹਨਾਂ ਟਵੀਟ ਤੋਂ ਇਲਾਵਾ ਹੋਰ ਕਾਫੀ ਸਾਰੀ ਐਕਟੀਵਿਟੀ ਦੇ ਕਾਰਨ ਕੈਨੇ ਵੈਸਟ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ। ਐਲੈਕਸ ਜੋਨਸ ਨਾਲ ਇੱਕ ਇੰਟਰਵਿਊ ਦੇ ਦੌਰਾਨ ਵੈਸਟ ਨੇ ਆਪਣੇ ਚਿਹਰੇ ਨੂੰ ਮਾਸਕ ਨਾਲ ਢੱਕਿਆ ਹੋਇਆ ਸੀ। ਵੈਸਟ ਨੇ ਨਾਜ਼ੀ ਨੇਤਾ ਅਡੋਲਫ ਹਿਟਲਰ ਦੀ ਪ੍ਰਸ਼ੰਸਾ ਕੀਤੀ ਅਤੇ ਪਾਪ, ਅਸ਼ਲੀਲਤਾ ਅਤੇ ਸ਼ੈਤਾਨ ਬਾਰੇ ਵੀ ਗੱਲ ਕੀਤੀ। ਯੂਕੇ ਦੇ ਹੈਲੋਕਾਸਟ ਐਜੂਕੇਸ਼ਨਲ ਟਰਸਟ ਦੇ ਮੁਖੀ ਨੇ ਵੈਸਟ ਦੀਆਂ ਟਿੱਪਣੀਆਂ ਨੂੰ ਘਿਨਾਉਣੀ ਅਤੇ ਦੁਖਦਾਈ ਦੱਸਿਆ। ਚੀਫ ਐਗਜ਼ੈਕਟਿਵ ਕੈਰਨ ਪੋਲੇਕ ਨੇ ਕਿਹਾ ਕਿ ਉਸ ਦੀ ਉੱਚ ਪ੍ਰੋਫਾਈਲ ਅਤੇ ਵਿਸ਼ਾਲ ਅਨੁਆਈ ਨਾਲ ਮਿਲਾਏ ਗਏ ਇਹਨਾਂ ਟਿੱਪਣੀਆਂ ਦੇ ਖਤਰਨਾਕ ਨਤੀਜੇ ਹੋ ਸਕਦੇ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਤੋਂ ਭਾਰਤ ਜਾਣਾ ਹੋਵੇਗਾ ਸੌਖਾ, ਇਮੀਗ੍ਰੇਸ਼ਨ ਮੰਤਰੀ ਦਾ ਵੱਡਾ ਐਲਾਨ। ਇਮੀਗ੍ਰੈਂਟਸ ਨਾਲ ਨਹੀਂ ਹੋ ਰਿਹਾ ਇਨਸਾਫ, ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਤੋਂ ਆਈ ਜਾਣਕਾਰੀ। ਜਸਕੀਰਤ ਸਿੱਧੂ ਨੂੰ ਕੀ ਕੀਤਾ ਜਾਵੇਗਾ ਡਿਪੋਰਟ। ਹੈਮਵਰਡ ਬ੍ਰੋਨਕੋਸ ਮਾਮਲੇ ਦੇ ਵਿੱਚ ਆਈ ਵੱਡੀ ਅਪਡੇਟ। ਗੋਲਡੀ ਬਰਾੜ ਅਮਰੀਕਾ ਤੋਂ ਗ੍ਰਿਫਤਾਰ, ਅਮਰੀਕਾ ਦੀ ਪੁਲਿਸ ਨੇ ਕੀਤੀ ਕਾਰਵਾਈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।